ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਖਾਸ ਬੁਲੇਟਿਨ 'ਚ ਅਸੀਂ ਗੱਲ ਕਰਾਂਗੇ ਔਟਿਜ਼ਮ ਦੀ। ਕੀ ਤੁਹਾਡੇ ਬੱਚੇ ਆਵਾਜ਼ ਸੁਣ ਕੇ ਜਾਂ ਚਿਹਰੇ ਦੇ ਹਾਵ-ਭਾਵ ਦੇਖ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੰਦੇ, ਉਹ ਦੂਸਰੇ ਬੱਚਿਆਂ ਦੇ ਮੁਕਾਬਲੇ 'ਚ ਘੱਟ ਬੋਲਦੇ ਜਾਂ ਤੁਹਾਡੀ ਗੱਲ ਦਾ ਸਹੀ ਜਵਾਬ ਨਹੀਂ ਦੇ ਪਾਉਂਦੇ? ਜੇਕਰ ਅਜਿਹਾ ਹੈ ਤਾਂ ਇਹ ਲੱਛਣ ਔਟਿਜ਼ਮ ਦੇ ਹੋ ਸਕਦੇ ਨੇ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਦੇ ਬਾਵਜੂਦ ਔਟਿਸਟਿਕ ਲੋਕਾਂ ਨੂੰ ਅਜੇ ਵੀ ਕਲੰਕ, ਵਿਤਕਰੇ ਅਤੇ ਭਾਗੀਦਾਰੀ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੇਂ ਸਿਰ ਗੁਣਵੱਤਾ ਵਾਲੀ ਸਿਹਤ ਸੰਭਾਲ ਅਤੇ ਸਹਾਇਤਾ ਸੇਵਾਵਾਂ ਤੱਕ ਪਹੁੰਚ ਸੀਮਤ ਰਹਿੰਦੀ ਹੈ, ਜਿਸ ਨਾਲ ਜੀਵਨ ਭਰ ਵਿੱਚ ਅਸਮਾਨਤਾਵਾਂ ਵੱਧਦੀਆਂ ਰਹਿੰਦੀਆਂ ਨੇ। ਇਹਨਾਂ ਚੁਣੌਤੀਆਂ ਨੂੰ ਹੱਲ ਕਰਨ ਲਈ ਨਿਰੰਤਰ ਕਾਰਵਾਈ ਅਤੇ ਸੰਮਿਲਿਤ ਨੀਤੀਆਂ ਅਤੇ ਸੇਵਾਵਾਂ ਵਿੱਚ ਵਧੇਰੇ ਨਿਵੇਸ਼ ਦੀ ਲੋੜ ਹੁੰਦੀ ਹੈ, ਜੋ ਔਟਿਸਟਿਕ ਲੋਕਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਦੀਆਂ ਨੇ। ਅਸੀਂ ਅੱਜ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ। ਔਟਿਜ਼ਮ ਇੱਕ ਬਿਮਾਰੀ ਹੈ ਜਾਂ ਕੁਝ ਹੋਰ? 2 ਅਪ੍ਰੈਲ ਨੂੰ ਪੂਰੇ ਵਿਸ਼ਵ ਵਿੱਚ ਹਰ ਸਾਲ ਵਰਲਡ ਔਟਿਜ਼ਮ ਡੇ ਮਨਾਇਆ ਜਾਂਦਾ ਹੈ। ਇਹ ਦਿਨ ਬੱਚਿਆਂ ਵਿੱਚ ਔਟਿਜ਼ਮ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਸਮਰਪਿਤ ਹੈ। ਦੁਨੀਆ ਭਰ 'ਚ ਹਰ 127 ਦੇ ਵਿੱਚੋਂ ਇੱਕ ਵਿਅਕਤੀ ਨੂੰ ਔਟਿਜ਼ਮ ਯਾਨੀ ਕਿ ਦਿਮਾਗੀ ਬਿਮਾਰੀ ਦੀ ਸ਼ਿਕਾਇਤ ਰਹਿੰਦੀ ਹੈ। ਇਹ ਇੱਕ ਜੀਵਨ ਭਰ ਚੱਲਣ ਵਾਲੀ ਨਿਊਰੋ ਡਿਵੈਲਪਮੈਂਟਲ ਸਥਿਤੀ ਹੈ ਜੋ ਸਮਾਜਿਕ ਇੰਟਰੈਕਸ਼ਨ, ਸੰਚਾਰ ਤੇ ਬਿਹੇਵੀਅਰ ਤੇ ਪ੍ਰਭਾਵ ਪਾਉਂਦੀ ਹੈ। ਔਟਿਜ਼ਮ ਉਹਨਾਂ 10 ਦਿਮਾਗੀ ਸਿਹਤ ਸਮੱਸਿਆਵਾਂ ਦੇ ਵਿੱਚੋਂ ਇੱਕ ਹੈ ਜਿਸ ਦਾ ਦੁਨੀਆ ਭਰ ਦੇ ਵਿੱਚ ਸਿਹਤ ਖਤਰੇ ਤੇ ਨੁਕਸਾਨ ਤੇ ਸਿੱਧਾ ਅਸਰ ਪੈਂਦਾ ਹੈ। PGI ਚੰਡੀਗੜ੍ਹ ਦੇ ਵਿੱਚ ਬਾਲ ਰੋਗ ਵਿਭਾਗ ਦੇ ਪ੍ਰੋਫੈਸਰ ਡਾਕਟਰ ਭਵਨੀਤ ਭਾਰਤੀ ਦੇ ਅਨੁਸਾਰ ਬੱਚਿਆਂ ਦੇ ਵਿੱਚ 2 ਸਾਲ ਤੋਂ ਔਟਿਜ਼ਮ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ। ਬੱਚੇ ਅੱਖਾਂ ਦੇ ਨਾਲ ਗੱਲ नहीं करते, ना पूछन ते जवाब नहीं देंदे ते कुछ शब्द नहीं समझ पाते। तो हम अर्ली साइंस को देखने की कोशिश करते हैं। अर्ली साइंस का मतलब है कि आई टू आई कांटेक्ट नहीं बनता, उनके कोई रेपिटेटिव बिहेवियर्स हैं या कोई लैंग्वेज डिले करके बच्चे आते हैं, अपने नाम बुलाओ तो उसका रिस्पॉन्ड नहीं करते। ਮਾਪਿਆਂ ਨੂੰ ਆਪਣੇ ਬੱਚੇ ਦੀਆਂ ਆਦਤਾਂ ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦਾ ਸਕਰੀਨਿੰਗ ਟਾਈਮ ਘਟਾਉਣ ਤੇ ਉਹਨਾਂ ਦੇ ਨਾਲ ਸਮਾਂ ਬਿਤਾਉਣ ਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਜਦੋਂ ਸਾਨੂੰ ਛੋਟੇ ਲੱਛਣ ਦਿਖਾਈ ਦੇਣ ਲੱਗ ਜਾਣ ਤਾਂ ਉਸੇ ਵੇਲੇ ਹੀ ਇਸ ਦਾ ਸਹੀ ਇਲਾਜ ਹੋ ਸਕੇ ਤਾਂ ਕਿ ਬੱਚਿਆਂ ਨੂੰ ਇਸ ਦੀ ਮਦਦ ਮਿਲ ਸਕੇ। बेसिकली जो ऑटिज्म के केसेस हमारे पास आते हैं, यूजुअली हम चाहते हैं कि उसका अर्ली डायग्नोसिस हो, और कई बार पेरेंट्स थोड़ा सा लेट कर देते हैं। तो हम कहते हैं कि क्योंकि अर्ली इंटरवेंशन के रिस्पॉन्सेज ज्यादा अच्छे होते हैं, तो वो हम चीजें जरूर देखते हैं। कुछ पेरेंट्स को आजकल क्योंकि स्क्रीन मीडिया यूज करते हैं, उसके कारण भी कई बार लैंग्वेज डिले होता है। हमें उससे डिफ्रेंशिएट करना है, क्योंकि ये स्पेसिफिकली ऐसी कंडीशन है जिसके कारण बच्चों को जो कम्युनिकेशन है, रेपिटेटिव बिहेवियर्स हैं, ये सारी जो चीजें हैं, इसमें अगर अर्ली इंटरवेंशन करें तो हमारे रिस्पॉन्सेज अच्छे होते हैं। ਹਾਲਾਂਕਿ ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਕਿ ਔਟਿਜ਼ਮ ਪੀੜਿਤ ਬੱਚੇ ਕਾਫੀ ਪ੍ਰਭਾਵਸ਼ਾਲੀ ਵੀ ਹੋ ਸਕਦੇ ਨੇ। ਮਿਸਾਲ ਦੇ ਵਜੋਂ ਮਸ਼ਹੂਰ ਉਦਯੋਗਪਤੀ ਇਲਨ ਮਸਕ ਵੀ ਔਟਿਜ਼ਮ ਤੋਂ ਪ੍ਰਭਾਵਿਤ ਹੋ ਕੇ ਹੀ ਕਾਮਯਾਬ ਹੋਏ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਔਟਿਜ਼ਮ ਕੀ ਹੈ, ਇਸ ਦੇ ਸਿੰਪਟਮਸ ਕੀ ਕੁਝ ਨੇ, ਕਿਹੜੀ ਉਮਰ ਤੋਂ ਇਹ ਹੁੰਦਾ ਹੈ, ਇਹ ਸਭ ਜਾਣਕਾਰੀ ਸਾਡੇ ਵੱਲੋਂ ਹਾਸਲ ਕੀਤੀ ਜਾਏਗੀ। ਜੋ ਲੋਕ ਨੇ, ਦਰਸ਼ਕ ਨੇ, ਉਹ ਵੀ ਸਾਡੇ ਨਾਲ ਜੁੜ ਸਕਦੇ ਨੇ। ਆਪਣੀ ਜੋ ਵੀ ਕੁਐਰੀਜ਼ ਨੇ ਉਹ ਸਾਡੇ ਥਰੂ ਡਾਕਟਰ ਦੇ ਜ਼ਰੀਏ ਪੁੱਛੀ ਜਾ ਸਕਦੀ ਹੈ। ਤੇ ਸਾਡੇ ਨਾਲ ਜੋ ਮਹਿਮਾਨ ਨੇ ਉਹ ਜੁੜੇ ਹੋਏ ਨੇ, ਡਾਕਟਰ ਭਵਨੀਤ ਭਾਰਤੀ PGI ਚੰਡੀਗੜ੍ਹ ਜੁੜੇ ਹੋਏ ਨੇ। ਮੈਮ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਤੁਸੀਂ ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਔਟਿਜ਼ਮ ਹੁੰਦਾ ਕੀ ਹੈ, ਇਸ ਦੇ ਸਿੰਪਟਮਸ ਕੀ ਨੇ? ऑटिज्म ਜਿਹੜੀ ਇਹ ਬਿਮਾਰੀ ਹੈ, ਇਹ ਨਿਊਰੋ ਡਿਵੈਲਪਮੈਂਟਲ ਇੱਕ ਕੰਡੀਸ਼ਨ ਹੈ। ਇਸ ਦੇ ਵਿੱਚ ਦਿਮਾਗ ਦੇ ਵਿਕਾਸ ਦੀ ਜੁੜੀ ਸਥਿਤੀ ਹੈਗੀ ਹੈ, ਜਿਸ ਕੇ ਕਾਰਨ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ ਸ਼ੁਰੂਆਤੀ ਲੱਛਣ ਇਹ ਹੁੰਦੇ ਨੇ ਕਿ ਬੱਚਾ बोलने ਚ देरी हो सकती है, मतलब या बोलने में देरी हो, लैंग्वेज डिले होता है, आई कांटेक्ट नहीं बनता, नाम पुकारने पे बच्चा रिस्पॉन्स नहीं देता, या बार बार एक जैसा भी व्यवहार करता है, जिसको हम कहते हैं रेपिटेटिव बिहेवियर हो। तो अगर रेपिटेटिव बिहेवियर हो, आई कांटेक्ट ना बने, कम्युनिकेशन में प्रॉब्लम हो, तो ये इनके शुरुआती लक्षण होते हैं। कि अर्ली डायग्नोस हेल्पफुल होता है इलाज के लिए? अर्ली डायग्नोसिस बहुत हेल्पफुल होता है, क्योंकि अर्ली डायग्नोसिस करने से अर्ली इंटरवेंशन होती है और आउटकम्स जो हमारे हैं वो बेटर होते हैं अगर अर्ली डायग्नोसिस हो। तो इसलिए जो जब बच्चों में कोई ऐसा लगे कि लैंग्वेज डिले, कई बार कहते हैं नहीं कोई बात नहीं जी, ऐसा नहीं करना, तो उसमें हम ये चाहते हैं कि पेरेंट्स जो हैं बच्चों को जल्दी लेके आए। और वैसे भी हम रूटीनली जब वैक्सीनेशन पे जाते हैं,
हमारे जो पीडियाट्रिशियंस हैं बच्चों के माइलस्टोन्स के बारे में पूछते हैं। इसमें प्रॉब्लम ये है कि थोड़ी सी सोशल माइलस्टोन्स के रिलेटेड पूछना। लैंग्वेज डिले एक सबसे कॉमन रीजन है जिससे लेके आते हैं। हमें इससे डिफरेंशिएट करना है कि क्योंकि आजकल स्क्रीन मीडिया टाइम भी काफी बच्चों का हो जाता है, उसके कारण भी लैंग्वेज डिले होता है, पर ये उससे डिफरेंट है। कई लोग उसको वर्चुअल ऑटिज्म कहते हैं, ये उससे डिफरेंट है, जो कि अगर हम यूज करें, हम बेसिकली बच्चे का स्क्रीन कम करें तो वो इंप्रूवमेंट एकदम दिखने को मिलती है। मैम की ये जेनेटिक है, जेनेटिकली होता है? देखो, इसका एग्जैक्ट कारण नहीं पता। जेनेटिक ते एनवायरमेंटल कारण दोनों ही कंट्रीब्यूटरी हो सकते हैं। अच्छा। कई कई कंडीशंस में ऐसे होता है। एनवायरमेंटल रीजंस भी इसमें वर्क करते हैं और कंक्लूसिव रीजन नहीं है। पर आजकल क्योंकि डायग्नोस्टिक स्क्रीनिंग है, अवेयरनेस है, जागरूकता बढ़ रही है, तो इसके जो प्रेवलेंस है ज्यादा दिखने को मिल रही है। एज मच एज की ग्लोबली को तो 1 in 127 का फिगर है। इंडिया के भी फिगर्स के डिफरेंट हैं, 1 in 60 का है, कई बार 1% है। तकरीबन 100 में एक बच्चा कह सकते हैं जिसको ऑटिज्म के लक्षण होते मैम हैं। आने वाले दिनां च इंडिया च ये समस्या कितनी गंभीर घातक हो सकती है? देखो, इसको एक ये कह सकते हैं कि ऑटिज्म स्पेक्ट्रम डिसऑर्डर है। गंभीर मतलब हाई प्रेवलेंस है, और इसको कई कहते हैं कि अब इसको डिजीज ना मानो। ये एक न्यूरो डाइवर्जेंट है। हमें देखने की जरूरत है कि उनका सोचने का तरीका डिफरेंट है, क्योंकि ये स्पेक्ट्रम डिसऑर्डर है। कई बारी कई अच्छे हाई फंक्शनिंग बच्चे भी होते हैं। बेसिकली यू आर सेइंग कि प्रॉपर मॉनिटरिंग इज मस्ट पेरेंट्स दे वालों, बच्चे ते पेरेंट्स भी, इवन सोसाइटी वालों भी। व्हाट आई से इज इवन सोसाइटी हैज टू दिस, बिकॉज कल ही हमने जैसे ऑटिज्म अवेयरनेस डे मनाया, तो ये कहा जाता है कि ऑटिज्म एक्सेप्टेंस की जरूरत है। इवन सोसाइटी को भी समझने की जरूरत है कि दे आर पार्ट ऑफ द सोसाइटी। दे मतलब ब्रिंग डिस्क्रिमिनेट ना किया जाए सोसाइटी नहीं किया जाए, बिल्कुल बिल्कुल ठीक है, उन्होंने समझा जाए। हाँ। ठीक है मैम, इस तरह से चर्चा करेंगे, गलबात करेंगे। सारे एक कॉलेज जुड़े हुए ने जसकरण कौर रोपड़ तो। जी जसकरण जी, की कहना चाहोगे? जी जसकरण जी, जसकरण जी मेरी आवाज मिल पा रही है ਤੁਹਾਨੂੰ? हाँ जी जी जी, अपना सवाल रखो। ਸਵਾਲ ਮੈਡਮ ਇਹੀ ਹੈ ਜੀ, ਮੈਂ ਖੁਦ ਦਾ ਆਪਣਾ ਕਰਨਾ ਚਾਹੁੰਦਾ ਸੀਗਾ। ਮੈਂ ਫੋਨ ਬਹੁਤ ਜ਼ਿਆਦਾ ਦੇਖਦਾ ਸੀਗਾ ਅੱਛਾ। ਤੇ ਮੇਰਾ ਹੁਣ ਨਾ ਤਾਂ ਕੰਮ 'ਚ ਮਨ ਲੱਗਦਾ ਹੈ ਜੀ, ਰੀਲਾਂ ਦੇਖ ਦੇਖ ਦਿਮਾਗ ਜਮੀ ਪਾਗਲ ਹੋ ਗਿਆ ਸੀਗਾ ਜੀ। ਹੁਣ ਮੇਰੀ ਦਵਾਈ ਚੱਲਦੀ ਹੈ ਵੈਸੇ, ਅੱਛਾ ਵੈਸੇ ਠੀਕ ਹੈ, ਪਰ ਪ੍ਰੋਪਰ ਸਹੀ ਨਹੀਂ ਹੈ ਜੀ। ਆਪਦੇ ਆਪ ਨੂੰ ਥਕਾਵਟ ਜੀ ਬਾਹਲੀ ਮਹਿਸੂਸ ਕਰਦੇ ਆ। ਮੈਂ ਤੁਹਾਨੂੰ ਐਡਿਕਸ਼ਨ ਹੋ ਗਈ ਹੈ ਫੋਨ ਦੀ, ਹੈ ਨਾ? ਰੀਲਾਂ ਦੇਖਦੇ ਰਹਿੰਦੇ ਤੁਸੀਂ ਸਾਰਾ ਦਿਨ? ਹਾਂਜੀ ਹਾਂਜੀ ਮੈਡਮ। ਠੀਕ ਹੈ, ਚਲੋ ਜਵਾਬ ਲੈਣੇ ਡਾਕਟਰ ਭਵਨੀਤ ਜੀ। ਬੱਚਿਆਂ ਦਾ ਨਾ ਤੇ ਲਿੰਕ ਨਹੀਂ ਹੈ, ਪਰ ਉਹਨਾਂ ਨੇ ਸਹੀ ਆਪਣਾ ਡਾਇਗਨੋਸਿਸ ਆਪਣੇ ਆਪ ਹੀ ਦੱਸਤਾ ਹੈ ਕਿ ਮੈਂ ਬਹੁਤ ਦੇਖਦਾ ਰਿਹਾ। ਇਹ ਵੀ ਇੱਕ ਅੱਛੀ ਗੱਲ ਹੈ ਕਿ ਇਹਨਾਂ ਨੂੰ ਸਮਝ ਆ ਗਈ ਹੈ ਕਿ ਮੈਨੂੰ ਕੀ ਪ੍ਰੋਬਲਮ ਹੈ, ਤੇ ਉਹਦੇ ਨਾਲ ਐਡਿਕਸ਼ਨ ਹੋ ਗਈ ਹੈ। ਤੇ ਐਡਿਕਸ਼ਨ ਜਿਵੇਂ ਕੋਈ ਵੀ ਚੀਜ਼ ਦੀ ਐਡਿਕਸ਼ਨ ਹੋਏ, ਉਹਨੂੰ ਟਾਈਮ ਲੱਗਦਾ ਹੈ, ਤੇ ਉਹ ਸਹੀ ਕਰ ਰਹੇ ਨੇ। ਤੇ ਜੇ ਉਸ ਨੂੰ ਸਮਝਣ ਤੇ ਉਹ ਕਿਸੇ ਵੀ ਜਿਹੜੇ ਮੈਂਟਲ ਹੈਲਥ ਪ੍ਰੋਵਾਈਡਰ ਹੈ, ਕਿਸੇ ਸਾਈਕੋਲੋਜਿਸਟ, ਕਿਸੇ ਸਾਈਕੈਟ੍ਰਿਸਟ ਨਾਲ ਗੱਲ ਕਰ ਸਕਦੇ हैं, ताकि ਉਹਨਾਂ ਨੂੰ ਥੋੜਾ ਜਿਹਾ ਹੋਰ ਗਾਈਡੈਂਸ ਮਿਲ ਜਾਏ। ਪਰ ਉਹਨਾਂ ਨੇ ਜਿਹੜਾ ਅੱਛਾ ਕੀਤਾ ਹੈ ਕਿ ਆਪਣੇ ਆਪ ਉਹਨਾਂ ਨੂੰ ਸਮਝ ਲੱਗੀ ਹੈ ਕਿ ਮੈਂ ਜ਼ਿਆਦਾ ਦੇਖ ਰਿਹਾ, ਉਹਨੂੰ ਘਟਾਤਾ ਹੈ, ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਉਹ ਡੈਫੀਨਿਟਲੀ ਇੰਪਰੂਵ ਹੋਣਗੇ। ਡਾਕਟਰ ਸਾਹਿਬ, ਕਿਸ ਤਰੀਕੇ ਨਾਲ ਮੋਬਾਈਲ ਦੀ ਯੂਸੇਜ ਨੂੰ ਘੱਟ ਕੀਤਾ ਜਾ ਸਕਦਾ ਹੈ? ਹਾਂਜੀ ਮੋਬਾਈਲ ਦੀ ਦੇਖੋ, ਜਿਹੜੀ ਚੀਜ਼ ਹੈ ਸਾਨੂੰ ਪਤਾ ਹੈ। ਜੇ ਅਸੀਂ ਬੱਚਿਆਂ ਦੀ ਗੱਲ ਕਰੀਏ ਤੇ ਅਸੀਂ ਕਹਿੰਦੇ ਹਾਂ ਲੈਸ ਦੈਨ 2 ਇਅਰਸ ਇਟਸ 0, ਵੀ ਅਸੀਂ ਚਾਹੁੰਦੇ ਹਾਂ ਵੀ ਬਿਲਕੁਲ ਵੀ ਨਹੀਂ ਯੂਜ਼ ਕੀਤਾ ਜਾਏ। ਤੇ ਆਮ ਤੌਰ ਤੇ ਜੇ ਉਸ ਤੋਂ ਜ਼ਿਆਦਾ ਕਰਨ ਲੱਗ ਜਾਓ, ਜੇ ਘੰਟੇ ਤੋਂ ਜ਼ਿਆਦਾ ਕਰੋ, ਡੈਫੀਨਿਟਲੀ ਇੰਪੈਕਟ ਕਰਦਾ ਹੈ ਸਾਡੇ ਨੂੰ। ਤੇ ਉਹ ਅਸੀਂ ਜਿਵੇਂ ਕਹਿ ਰਹੇ ਹਾਂ ਏਮਲੈਸਲੀ ਰੀਲਾਂ ਦੇਖੀ ਜਾਓ, ਤੇ ਫਿਰ ਤੇ ਪ੍ਰੋਬਲਮ ਹੋਣੀ ਹੋਣੀ ਹੈ। ਉਹਦਾ ਕੋਈ ਅੰਤ ਨਹੀਂ ਹੈ। ਤੁਸੀਂ ਦੇਖੋ ਕਿਸ ਵਿੱਚ ਤੁਹਾਡਾ ਕੰਮ 'ਚ ਵਰਧੀ ਹੁੰਦੀ ਹੈ। ਤੁਸੀਂ ਅੱਛੇ ਕੰਮ ਵਾਸਤੇ ਵੀ ਯੂਜ਼ ਕਰ ਸਕਦੇ ਹੋ, ਐਸੀ ਗੱਲ ਨਹੀਂ ਹੈ। ਤੇ ਇਫ ਇਟ ਇਜ਼ ਯੂਜ਼ਡ ਇਨ ਅ ਕੰਸਟਰਕਟਿਵ ਮੈਨਰ, ਇਟ ਮੇ ਬੀ ਆਲ ਰਾਈਟ, ਬਟ देयर इज ਲਿਮਿਟ ਸੈਟਿੰਗ ਵਿਚ ਹੈਜ਼ ਟੂ ਬੀ ਡਨ। ਠੀਕ ਹੈ, ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ ਬਿੰਦਰ ਪਟਿਆਲਾ ਤੋਂ। ਜੀ मंजू खरड़ तो जुड़े हुए हैं जी। हाँ जी हाँ जी मंजू जी। हाँ जी डॉक्टर साहब नमस्कार जी। नमस्कार जी। हाँ जी, मैं ना अपनी पोती के बारे में पूछना है। मेरी पोती 8 साल की है जी। हाँ जी। तो मेरी पोती ना, जैसे हमें 4 महीने में इसको होया निमोनिया जी, हमने इसको वेंटिलेटर पे चतन्या हॉस्पिटल में रखा। ठीक है जी।
तो उसके बाद ना जी हमें कुछ बहू छोड़ के चली गई थी 20 दिन की। तो इसके बाद इसकी ये प्रॉब्लम है जी, अब हमने स्कूल में एडमिशन करवाई है और कम बोलती है, मेरे को पूरी समझ आती है, दूसरे वाले को समझ में नहीं आता जी, और चलने में भी थोड़ी दिक्कत है। देखने में आपको ठीक लगेगी, तो आप बताइए हम इसको कहाँ दिखाएं, कैसे दिखाएं? मोबाइल देखती है, जिद करती है जी। जी डॉक्टर साहब, एक तो आपने बताया कि एक तो आप दादी हैं और बच्चे का ध्यान रख रही हैं, तो ये बहुत अच्छा कर रहे हैं और अपनी तरफ से पूरी कोशिश कर रही हैं बच्चे का ध्यान रखने में। और दूसरा, उसको एक चीज का आपने सदमा बताया ही है कि माँ उसको छोड़ के चली गई थी, उसके बाद उसको इन्फेक्शन हुई है, इन्फेक्शन के बाद वो वेंटिलेटर पे रही है, जिसका मतलब उसके दिल में छेद है जी। उसके दिल में छेद है, तो उसको हार्ट की प्रॉब्लम भी बताई, रेस्पिरेट सांस की भी प्रॉब्लम बताई, और क्या क्योंकि वो सदमा है और बीमारी है जिसकी वजह से बच्चा कम बोल रहा है, या उसको कोई और कारण है, वो उसको देख के हमें पता चले करेगा कि क्या है। अगर चैतन्य में ही दिखाते हैं तो वहां भी दिखा सकते हैं, और नहीं हो तो हम पीजीआई में या पीजीआई में भी दिखा सकते हैं, ताकि हम देखें कि बच्चे को चाहती हूँ जी, मैं पीजीआई में दिखाना चाहती हूँ। दिखाना चाहते हो तो बुधवार वाले दिन, मंजू जी, वेडनेसडे वाले दिन, जी जी बुधवार वाले दिन आप दिखा सकते हैं। ठीक है, चलो बहुत बहुत शुक्रिया मंजू जी। ਸਾਡੇ ਨਾਲ ਇੱਕ ਹੋਰ ਕਾਲਰ जुड़े ने शाहकोट तो सुरेंद्र कुमार जी, जी ਤੁਹਾਡਾ ਸਵਾਲ। हेलो जी हाँ जी, मैंने आवाज आ रही है जी? जी आ रही है, ਤੁਸੀਂ ਆਪਣਾ ਸਵਾਲ ਰੱਖੋ। हाँ जी, सुरिंदर कुमार सोपी, शाहपुर जिला जलंधर पंजाब तो बोल रहे जी। जी हाँ जी मैडम जी, गल है ਅਸੀਂ ਇਹ ਦੇਖਦੇ ਪਏ ਛੋਟੇ ਛੋਟੇ ਬੱਚੇ ਜਿਹੜੇ ਨਾ, ਮਾਵਾਂ ਵੀ ਉਹਨਾਂ ਨੂੰ ਆਰੇ ਲਾਈ ਰੱਖਦੀਆਂ ਵਾ, ਜਦੋਂ ਦੁੱਧ ਵੀ ਪਿਲਾਉਂਦੀਆਂ ਜਾਂ ਮਾੜਾ ਜਿਹਾ ਮਤਲਬ ਕੁਝ ਖਾਣ ਨੂੰ ਵੀ ਦਿੰਦੀਆਂ, ਬੱਚੇ ਜਿਹੜੇ ਉਹ ਕੁਝ ਖਾਂਦੇ ਬਾਅਦ ਚ ਪਹਿਲਾਂ ਫੋਨ ਮੂਹਰੇ ਆਉਂਦਾ ਵਾ ਜਾਂ ਕਾਰਟੂਨ ਦੇਖਦੇ ਵਗੈਰਾ। ਇਹ ਇੱਕ ਬਹੁਤ ਵੱਡਾ ਨਸ਼ਾ ਕਹਿੰਦੇ ਅਸੀਂ, ਸਾਰਿਆਂ ਨੂੰ ਲੱਗਾ ਹੋਇਆ ਵਾ। ਇਹਦਾ ਨਾ ਆਪਣੇ ਸਾਨੂੰ ਨਾ ਬੱਚਿਆਂ ਬਾਰੇ ਜ਼ਰੂਰ ਮਾੜਾ ਜਿਹਾ ਦੱਸੋ, ਇਹਦਾ ਕੀ ਹੱਲ ਆ, ਕਿਉਂਕਿ ਮਾਂ ਦਾ ਵੀ ਵਿੱਚ ਰੋਲ ਹੈਗਾ ਨਾਲ। ਭਵਨੀ ਜੀ ਕਹਿ ਰਹੇ ਨੇ ਕਿ ਇੱਕ ਨਸ਼ਾ ਹੈ ਕਿ ਮਾਵਾਂ ਦਾ ਰੋਲ ਹੈ ਬੱਚਿਆਂ ਨੂੰ ਮੋਬਾਈਲ ਦੇਣ 'ਚ। ਜੀ ਸਮਝਦੇ ਆ ਕਿ ਅਸੀਂ ਕਹਿੰਦੇ ਆ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਕਹਿੰਦੇ ਆ ਕਿ ਉਹਨੂੰ ਸਕਰੀਨ ਨਹੀਂ ਯੂਜ਼ ਕਰਨੀ। ਓਕੇਜਨਲੀ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦੇ ਫਾਦਰ ਕਿਧਰੇ ਬਾਹਰ ਕੰਮ ਕਰਨ ਤੇ ਓਕੇਜਨਲ ਕੋਈ ਵੀਡੀਓ ਕਾਲਿੰਗ ਕਰ ਲੈਣ ਤੇ ਠੀਕ ਹੈ। ਉਸ ਤੋਂ ਇਲਾਵਾ ਜਿਹੜੇ ਬੱਚਿਆਂ ਦੀ ਲੈਂਗੁਏਜ ਡਿਵੈਲਪ ਹੋਣੀ, ਬੱਚਿਆਂ ਨੇ ਸਮਝਣਾ, ਉਸ ਦੇ ਵਾਸਤੇ ਅਸੀਂ ਕਹਿੰਦੇ ਕਿ ਸਰਵ ਐਂਡ ਰਿਟਰਨ ਇੰਟਰੈਕਸ਼ਨ ਹੋਣੀ ਚਾਹੀਦੀ ਹੈ, ਜਿਸ ਦੇ ਵਿੱਚ ਸਰਵ ਐਂਡ ਰਿਟਰਨ ਇੰਟਰੈਕਸ਼ਨ ਦਾ ਮਤਲਬ ਹੈ ਕਿ ਮਾਂ ਨੇ ਕੁਝ ਬੋਲਿਆ ਤੇ ਬੱਚੇ ਨੇ ਉਸਦਾ ਰਿਸਪੌਂਸ ਦਿੱਤਾ। ਜੇ ਤੁਸੀਂ ਪੈਸਿਵਲੀ ਸਿਰਫ ਸਕਰੀਨ ਦਿਖਾਉਂਦੇ ਰਹੋਗੇ ਤੇ ਬੱਚੇ ਦੀ ਡਿਵੈਲਪਮੈਂਟ, ਬੱਚੇ ਦੀ ਲੈਂਗੁਏਜ, ਬੱਚੇ ਦੇ ਬਿਹੇਵੀਅਰ 'ਚ ਪ੍ਰੋਬਲਮਸ ਆਉਣਗੀਆਂ। ਤੇ ਜਿਵੇਂ ਤੁਸੀਂ ਦੱਸਿਆ ਕਿ ਐਡਿਕਸ਼ਨ ਵੀ ਹੋ ਸਕਦੀ ਹੈ ਬੱਚਿਆਂ ਨੂੰ, ਤੇ ਮਾਵਾਂ ਨੂੰ ਵੀ ਸਮਝਣਾ ਚਾਹੀਦਾ ਕਿ ਬੱਚੇ ਨੂੰ ਸਮਝ ਲੱਗੇ ਜਿਹੜਾ ਖਾਣੇ ਦੇ ਟਾਈਮ ਇਹ ਬੜਾ ਰੂਟੀਨ ਹੋ ਗਿਆ। ਔਰ ਠੀਕ ਸੁਰਿੰਦਰ ਜੀ ਨੇ ਗੱਲ ਕਹੀ ਹੈ ਕਿ ਖਾਣੇ ਦੇ ਨਾਲ ਮਦਰਸ ਉਹ ਦੇ ਦਿੰਦੀਆਂ ਨੇ, ਲਗਾ ਦਿੰਦੇ ਨੇ ਕਿ ਕਾਰਟੂਨ ਲਗਾ ਕੇ ਤੇ ਨਾਲ ਖਾਓ, ਉਹ ਕਨਫਲਿਕਟ ਆ ਜਾਂਦਾ ਹੈ, ਉਹਦੇ ਵਿੱਚ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਖਾਣ ਵੇਲੇ ਉਹ ਨਾ ਹੋਏ। ਸੋ ਇਹ ਚੀਜ਼ ਸਭ। ਕਿਹੜੇ ਟੈਸਟ ਤੁਸੀਂ ਰਿਕਮੈਂਡ ਕਰਦੇ ਹੋ ਕਿ ਇਸ ਬਿਮਾਰੀ ਦਾ ਡਾਇਗਨੋਸ ਹੋ ਸਕੇ, ਤੇ ਕਿੰਨਾ ਟਾਈਮ ਲੱਗਦਾ ਹੈ ਔਟਿਜ਼ਮ ਨੂੰ ਠੀਕ ਹੋਣ ਦੇ ਲਈ? ਦੇਖੋ, ਇਹ ਜਿਹੜੀ ਪਹਿਲਾਂ ਤੇ ਇਹ ਹੈ ਕਿ ਠੀਕ ਹੋਣ ਵਾਲੀ ਗੱਲ ਨਹੀਂ ਹੈ, ਇਟ ਇਜ਼ ਅ ਲਾਈਫ ਲੌਂਗ ਪ੍ਰੋਬਲਮ। ਬਟ ਇਸ ਦੇ ਵਿੱਚ ਡੈਫੀਨੇਟਲੀ ਇੰਟਰਵੈਂਸ਼ਨ ਦੇ ਵਿੱਚ ਜਿਹੜੇ ਪ੍ਰੋਬਲਮ ਬਿਹੇਵੀਅਰਸ ਹੈ ਉਸ ਨੂੰ ਅਸੀਂ ਐਡਰੈਸ ਕਰ ਸਕਦੇ ਹਾਂ। ਤੇ ਟੈਸਟ ਕਰਨ ਵਾਸਤੇ ਯੂਜੂਅਲੀ ਵੇਰੀਅਸ ਸਕੇਲਸ ਯੂਜ਼ ਕਰਦੇ ਹਾਂ। अर्ਲੀ ਡਾਇਗਨੋਸਿਸ ਵਿੱਚ ਐਮਚੈਟ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜੇ ਇੰਡੀਆ ਦਾ ਗਵਰਨਮੈਂਟ ਦੇ ਡਿਸੇਬਿਲਿਟੀ ਵਾਸਤੇ ਈਸਾ ਸਕੇਲ ਯੂਜ਼ ਕਰਦੇ ਹਾਂ। ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ DSM-5 ਕ੍ਰਾਈਟੇਰੀਆ ਸਾਈਕੈਟਰੀ ਜਿਹੜੇ ਸਾਡੇ ਚਾਈਲਡ ਸਾਈਕੈਟਰਿਸਟ ਹੈ ਉਹ ਦੂਸਰੇ ਸਕੇਲਸ ਵੀ ਯੂਜ਼ ਕਰਦੇ ਨੇ। ਸੋ ਉਹ ਜਿਹੜੇ ਉਹਨਾਂ ਨੇ ਏਜ ਰਿਲੇਟਡ ਸਕੇਲਸ ਹੈ ਉਸ ਦੇ ਨਾਲ ਉਹ ਡਾਇਗਨੋਸਿਸ ਬਣਾਉਂਦੇ ਨੇ, ਜਿਸ ਨਾਲ ਸਾਨੂੰ ਪਤਾ ਚੱਲਦਾ ਹੈ ਬੱਚਿਆਂ ਦੇ ਬਿਹੇਵੀਅਰਸ ਦੇ ਬਾਰੇ। ਸੋ ਉਹ ਬਿਹੇਵੀਅਰ ਨੂੰ ਦੇਖ ਕੇ ਇਹ ਡਾਇਗਨੋਸਿਸ ਬਣਦਾ ਹੈ। ਜਿਹੜਾ ਜੀ ਕੰਪਲੀਟ ਕਰ ਲਓ ਜੀ, ਕੰਪਲੀਟ ਕਰ ਲਓ। ਤੇ ਜਿਹੜਾ ਬਾਕੀ ਜਿਹੜਾ ਤੁਸੀਂ ਕੱਲ ਕਿਹਾ, ਇਟ ਇਜ਼ ਅ ਮੈਨੇਜੇਬਲ ਡਿਸਆਰਡਰ, ਇਸ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਅੱਛਾ, ਠੀਕ ਹੈ ਠੀਕ ਹੈ। ਸਾਡਾ ਇੱਕ ਹੋਰ ਕਾਲਰ ਜੁੜੇ ਨੇ, ਮਨਦੀਪ ਕੌਰ ਤਰਨਤਾਰਨ ਤੋਂ। ਜੀ ਮਨਦੀਪ ਜੀ, ਕੀ ਕਹਿਣਾ ਚਾਹੋਗੇ? ਮੈਮ ਮੈਂ ਡਾਕਟਰ ਮਨਦੀਪ ਬੋਲਦੀ ਪਈ ਹਾਂ ਤਰਨਤਾਰਨ ਤੋਂ। ਮੈਂ ਹੋਮਿਓਪੈਥਿਕ ਡਾਕਟਰ ਹਾਂ ਤੇ ਮੈਂ ਇਸ ਚੀਜ਼ ਬਾਰੇ ਐਡ ਔਨ ਕਰਨਾ ਚਾਹੂੰਗੀ ਕਿ ਔਟਿਜ਼ਮ ਦਾ ਜਾਂ ਡਾਊਨ ਸਿੰਡਰਮ ਦਾ ਹੋਮਿਓਪੈਥੀ ਦੇ ਨਾਲ ਵੀ ਆਪਾਂ ਬਹੁਤ ਵਧੀਆ ਟ੍ਰੀਟਮੈਂਟ ਕਰ ਸਕਦੇ ਹਾਂ। ਓਕੇ। ਕਿ ਜਿਵੇਂ ਫਿਰੋਜ਼ਪੁਰ ਸਿਟੀ ਦੇ ਵਿੱਚ ਪੰਜਾਬ 'ਚ ਮਤਲਬ ਹਰ 3 ਮੰਥ ਦੇ ਬਾਅਦ ਇੱਕ ਮਤਲਬ ਪ੍ਰੀਚ ਵੱਲੋਂ ਹੀਲਿੰਗ ਹੈਂਡਸ ਕੈਂਪ ਲੱਗਦਾ, ਸਪੈਸ਼ਲੀ ਮਤਲਬ ਔਟਿਜ਼ਮ ਵਾਸਤੇ ਜਾਂ
ਡਾਊਨ ਸਿੰਡਰੋਮ ਵਾਸਤੇ। ਓਕੇ ਤੇ ਉੱਥੇ ਆਪਾਂ ਮਤਲਬ ਕਿ ਬਹੁਤ ਵਧੀਆ ਰਿਜ਼ਲਟਸ ਦੇਖਦੇ ਆ ਕਿ ਇੰਨੇ ਬੱਚੇ ਆਪਾਂ ਠੀਕ ਹੁੰਦੇ ਦੇਖੇ ਆ, ਖੁਦ ਆਪਾਂ ਉੱਥੇ ਜਾਂਦੇ ਆ ਜੀ। ਤੇ ਮਤਲਬ ਕਿ ਮੈਂ ਉਹ ਕਹਿਣਾ ਚਾਹੂੰਗੀ ਕਿ ਜੇ ਕੋਈ ਨੀਡੀ ਹੋਵੇ ਪਰਸਨ, ਹੁਣ ਜਿਵੇਂ ਮਤਲਬ ਕਿ ਆਹ ਸੰਡੇ ਨੂੰ ਵੀ ਕੈਂਪ ਹੈ ਉੱਥੇ ਫਿਰੋਜ਼ਪੁਰ, ਤੇ ਕੋਈ ਵੀ ਨੀਡੀ ਹੋਵੇ ਆਟਿਜ਼ਮ ਡਾਊਨ ਸਿੰਡਰੋਮ ਵਾਲੇ ਤੇ ਉੱਥੇ ਜਾ ਸਕਦੇ ਆ, ਫ੍ਰੀ ਕੈਂਪ ਹੁੰਦਾ ਆ। ਠੀਕ ਹੈ, ਤੇ ਬਹੁਤ ਵਧੀਆ ਇੱਥੇ ਰਿਜ਼ਲਟਸ ਨੇ। ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ। ਡਾਕਟਰ ਸਾਹਿਬ ਕੀ ਹੋਮਿਓਪੈਥੀ ਨਾਲ ਵੀ ਇਸ ਦਾ ਇਲਾਜ ਸੰਭਵ ਹੈ? ਇਹ ਬਿਹੇਵੀਅਰਲ ਪ੍ਰੋਬਲਮ ਹੈ ਤੇ ਬਿਹੇਵੀਅਰਲ ਮੈਨੇਜਮੈਂਟ ਹੀ ਦੀ ਹੋ ਸਕਦੀ ਹੈ। ਓਕੇ ਕਿਸੇ ਦੇ ਵਿੱਚ ਸਾਨੂੰ ਐਡਜੰਕਟਿਵ ਜਿਹੜੀਆਂ ਹੈਗੀਆਂ ਕੁਝ ਮੈਡੀਕੇਸ਼ਨਸ ਦੀ ਜ਼ਰੂਰਤ ਹੁੰਦੀ ਹੈ, ਅੱਛਾ। ਕਿਉਂਕਿ ਕਈ ਵਾਰੀ ਕੋਮੋਰਬਿਡਿਟੀਜ਼ ਹੁੰਦੀਆਂ। ਐਸ ਫਾਰ ਐਸ ਬਿਹੇਵੀਅਰ ਟ੍ਰੀਟਮੈਂਟ ਹੈਗਾ, ਜੇ ਉਸਦੇ ਵਿੱਚ ਬਿਹੇਵੀਅਰਲ ਮੈਨੇਜਮੈਂਟ ਉਹਦੇ ਚ ਵੀ ਦੱਸਦੇ ਆ ਤੇ ਠੀਕ ਹੈ, ਪਰ ਐਜ਼ ਸੱਚ ਕੋਈ ਹੋਮੋਪੈਥੀ ਦਾ ਮੈਨੂੰ ਕਲੈਰਿਟੀ ਨਹੀਂ ਹੈ। ਐਂਡ ਦੋਨੋਂ ਡਿਸਆਰਡਰਸ ਨੂੰ ਅਸੀਂ ਇਕੱਠਾ ਨਾ ਕਰੀਏ। ਡਾਊਨ ਸਿੰਡਰੋਮ ਇੱਕ ਕ੍ਰੋਮੋਸੋਮਲ ਡਿਸਆਰਡਰ ਹੈਗਾ, ਉਹ ਉਸਦੇ ਡਿਫਰੈਂਟ ਹੈਗਾ, ਆਟਿਜ਼ਮ ਡਿਫਰੈਂਟ ਹੈਗਾ, ਤੇ ਉਹ ਚੀਜ਼ ਹੈ। ਬਟ ਜਿੱਥੇ ਵੀ ਕੋਈ ਕਲੀਅਰ ਹੈਲਪ ਮਿਲਦੀ ਹੈ, ਪਰ ਇੱਕ ਚੀਜ਼ ਬਾਰੇ ਕੌਸ਼ਨ ਕਰਾਂਗੇ ਕਿ ਕਈ ਵਾਰੀ ਪੇਰੈਂਟਸ ਬਹੁਤ ਖਰਚੇ ਕਰਦੇ ਆ ਸਟੈਮ ਸੈਲ ਵਗੈਰਾ ਥੈਰੇਪੀਜ਼ ਕਰਨ, ਉਸ ਤੋਂ ਜ਼ਰੂਰ ਬਚਣ ਤੇ ਐਵੀਡੈਂਸ ਬੇਸਡ ਜਿਹੜਾ ਟ੍ਰੀਟਮੈਂਟ ਹੋਏ ਉਹੀ ਦੇਣ ਤੇ ਆਪਣਾ ਇਹਦੇ ਕੋਈ, ਤਾਂ ਕਿ ਬਿਕੋਜ਼ ਇਹਨਾਂ ਦੇ ਉੱਤੇ ਪੇਰੈਂਟਸ ਉੱਤੇ ਕਾਫੀ ਦਬਾਅ ਆ ਜਾਂਦਾ ਹੈ, ਆਰਥਿਕ ਸਥਿਤੀ ਖਰਾਬ ਹੋ ਜਾਂਦੀ ਹੈ ਜੇ ਖਰਚੇ ਜ਼ਿਆਦਾ ਕਰਨ। ਉਸ ਚੀਜ਼ ਦਾ ਧਿਆਨ ਜ਼ਰੂਰ ਰੱਖਣ, ਬਾਕੀ ਜਿਸ ਤਰ੍ਹਾਂ ਹੈਲਪ ਮਿਲੇ ਜ਼ਰੂਰ। ਠੀਕ ਹੈ, ਸਾਡਾ ਇੱਕ ਹੋਰ ਕਾਲਰ ਜੁੜੇ ਨੇ ਗੁਰਲਾਲ ਸਿੰਘ ਫਰੀਦਕੋਟ ਤੋਂ। ਜੀ ਗੁਰਲਾਲ ਜੀ, ਕੀ ਕਹਿਣਾ ਚਾਹੋਗੇ? ਜੀ ਗੁਰਲਾਲ ਜੀ, ਚਲੋ ਉਹਨਾਂ ਦਾ ਫੋਨ ਕੱਟ ਗਿਆ ਹੈ। ਡਾਕਟਰ ਪਵਨੀਤ ਜੀ, ਪੀਜੀਆਈ ਚੰਡੀਗੜ੍ਹ 'ਚ ਤੁਸੀਂ ਹੋ, ਕਿਉਂਕਿ ਹਿਮਾਚਲ ਨੂੰ, ਹਰਿਆਣਾ ਨੂੰ, ਪੰਜਾਬ ਨੂੰ ਕੇਟਰ ਕਰਦਾ ਹੈ ਪੀਜੀਆਈ ਚੰਡੀਗੜ੍ਹ। ਕਿੰਨੀ ਇਹ ਸਮੱਸਿਆ ਪ੍ਰੋਮਿਨੈਂਟ ਹੈ ਨਾਰਥ ਰੀਜਨ 'ਚ? ਕਿੰਨੇ ਕੇਸਿਸ ਤੁਹਾਡੇ ਕੋਲ ਹਰ ਰੋਜ਼ ਆਉਂਦੇ ਨੇ? ਨਹੀਂ, ਇਸ ਤਰ੍ਹਾਂ ਹਰ ਰੋਜ਼ ਤਾਂ ਨਹੀਂ ਕਹਿ ਸਕਦੇ। ਜਿਵੇਂ ਅਸੀਂ ਕਿਹਾ, ਜਿਹੜੀਆਂ ਪ੍ਰੈਵਲੈਂਸ ਸਟੱਡੀਜ਼ ਕੀਤੀਆਂ, ਪੋਪੂਲੇਸ਼ਨ ਬੇਸਡ ਸਟੱਡੀਜ਼ ਵੀ ਕੀਤੀਆਂ ਗਈਆਂ। ਸੋ ਈਵਨ ਇੱਕ ਵੱਡੀ ਸਟੱਡੀਜ਼ ਜਿਹੜੀਆਂ ਸਾਡੀਆਂ ਇਨਕਲੈਨ ਨੇ ਕਰਵਾਈਆਂ ਸੀਗੀਆਂ। ਸੋ ਡਿਸਆਰਡਰਸ ਦੀ ਜਿਹੜੀ ਹੈਗੀ ਆ 1 in 67 ਕਰਕੇ 1 in ਲੈ ਕੇ ਜਿਹੜਾ WHO ਦੇ ਫਿਗਰਸ ਜਿਹੜੇ ਆਏ ਨੇ ਉਹ 1 in 127 ਦਿੱਤੇ ਨੇ। ਸੋ ਇਹ ਪ੍ਰੈਵਲੈਂਸ ਹੈਗੀ ਹੈ। ਤੇ ਸਾਡੇ ਕੋਲ ਅਕਸਰ ਜਿਹੜੇ ਸਾਡੇ ਕੋਲ ਆਉਂਦੇ ਨੇ, ਮੈਂ ਪੀਡੀਆਟ੍ਰੀਸ਼ੀਅਨ ਆ, ਕੁਝ ਪੇਸ਼ੈਂਟ ਸਾਡੇ ਕੋਲ ਪੀਡੀਆਟ੍ਰਿਕ ਨਿਊਰੋਲੋਜੀ ਵਾਲਿਆਂ ਕੋਲ ਆਉਂਦੇ ਨੇ, ਜਿਹੜੇ ਸਾਡੇ ਨਿਊਰੋਲੋਜਿਸਟ ਨੇ ਉਹਨਾਂ ਕੋਲ ਆਉਂਦੇ ਨੇ, ਤੇ ਕਈ ਪੇਸ਼ੈਂਟ ਸਾਡੇ ਕੋਲ ਈਵਨ ਚਾਈਲਡ ਸਾਈਕੈਟ੍ਰਿਸਟ ਵਾਲਿਆਂ ਕੋਲ ਵੀ ਆਉਂਦੇ ਨੇ। ਸੋ ਕਿਉਂਕਿ ਔਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਲੈਂਗੁਏਜ ਡਿਲੇ ਕਰਕੇ ਉਹ ENT ਵਾਲੇ ਡਾਕਟਰਾਂ ਕੋਲ ਵੀ ਆਣ। ਸੋ ਯੂਜੂਅਲੀ ਜਿਹੜੇ ਬੱਚੇ ਆਉਣਗੇ ਉਹ ਪੀਡੀਆਟ੍ਰੀਸ਼ੀਅਨ ਕੋਲ ਆ ਸਕਦੇ ਨੇ, ਉਹ ਪੀਡੀਆਟ੍ਰਿਕ ਨਿਊਰੋਲੋਜੀ ਵਾਲੇ ਕੋਲ ਆ ਸਕਦੇ ਨੇ, ਉਹ ਚਾਈਲਡ ਸਾਈਕੈਟ੍ਰਿਸਟ ਕੋਲ ਆ ਸਕਦੇ ਨੇ, ਉਹ ENT ਵਾਲਿਆਂ ਕੋਲ ਆ ਸਕਦੇ ਨੇ। ਸੋ ਕਿਸੇ ਕੋਲ ਵੀ ਉਹ ਫਰਸਟ ਪ੍ਰੈਵਲੈਂਸ ਕਰ ਸਕਦੇ ਆ, ਤੋਂ ਫਰਸਟ ਆ ਸਕਦੇ ਨੇ। ਤੇ ਜਿਹੜੀ ਪ੍ਰੈਵਲੈਂਸ ਮੈਂ ਦੱਸੀ ਹੈ ਤਕਰੀਬਨ 1% ਕਹਿ ਸਕਦੇ ਹੋ। ਠੀਕ ਹੈ, ਸਾਡਾ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਪ੍ਰਗਟ ਸਿੰਘ ਤਰਨਤਾਰਨ ਤੋਂ। ਜੀ ਪ੍ਰਗਟ ਸਿੰਘ ਜੀ। ਹਾਂਜੀ, ਹੈਲੋ ਜੀ। ਭੈਣ ਜੀ, ਅਸੀਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਮੋਬਾਈਲ ਆ ਇਹ ਸਕੂਲੀ ਤਾਂ ਬੱਚੇ ਪੜ੍ਹਦੇ ਨੇ ਤੇ ਪੱਕੇ ਬੈਨ ਹੋ ਜਾਣ। ਜਿਹੜਾ ਕੋਈ ਬੱਚਾ ਜਿੰਨਾ ਚ ਕੋਈ BA ਜਾਂ ਕੋਈ ਵੱਡੀ ਪੜ੍ਹਾਈ ਵੀ ਕਰ ਲੈਂਦਾ ਉਹਨਾਂ ਚ ਨਾ ਵਰਤਿਆ ਜਾਵੇ ਜਿਹੜਾ ਜੀ। ਅੱਛਾ। ਤੇ ਬੱਚੇ ਜਿਹੜੇ ਆ ਨਾ, ਕਈਆਂ ਥਾਵਾਂ ਤੇ ਵੇਖਦੇ ਬੀਬੀਆਂ ਭੈਣਾਂ ਵੀ ਬੱਚਿਆਂ ਨੂੰ ਚੁੱਪ ਕਰਾਉਂਦਾ ਕਰਕੇ ਮੋਬਾਈਲ ਪਾ ਦਿੰਦੀਆਂ ਜੀ। ਤੇ ਇਹ ਬਹੁਤ ਇੱਕ ਹਿਸਾਬ ਨਾਲ ਨਾ ਬਹੁਤ ਮਾੜੀ ਸ਼ੈ ਆ। ਗਲਤ ਇਸਤੇਮਾਲ ਲੋਕੀ ਵਰਤਦੇ ਆ, ਸਹੀ ਵਰਤੋਂ ਘੱਟ ਕਰਦੇ ਜੀ। ਸ਼ਾਇਦ ਚੰਗੀ ਪਰ ਗਲਤ ਵਰਤੋਂ ਹੋਣ ਡਿਆ ਵੀ ਗੇਮਾਂ ਰਹਿੰਦੇ ਆ ਪੁੱਠੀਆਂ ਸਿੱਧੀਆਂ ਭੂਤਾਂ ਵਾਲੀਆਂ, ਤੇ ਫਿਰ ਬੱਚੇ ਰਾਤ ਨੂੰ ਡਰਦੇ ਜੀ। ਤੇ ਮੁੜ ਕੇ ਦਿਨੇ ਆਂਦੇ ਕਿ ਅਸੀਂ ਕਿਸੇ ਬਾਬਾ ਜੀ ਦੇ ਕੋਲੋਂ ਬੱਚੇ ਦੇ ਪਾਣੀ ਪੜ੍ਹਾਈਏ ਤੇ ਡਰਦਾ ਰਾਤ ਨੂੰ। ਉਦੋਂ ਭੂਤਾਂ ਵਾਲੀਆਂ ਵਹਿੰਦੇ ਰਹਿੰਦੇ ਆ ਤੇ ਬਾਕੀ ਬੱਚਿਆਂ ਦੀ ਨਿਗਾਹ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੀ। ਬਾਕੀ ਭੈਣ ਜੀ ਹੁਣੀ ਬਹੁਤ ਵਧੀਆ ਜਾਣਕਾਰੀ ਦੇਂਦੇ, ਤੁਹਾਡਾ TV ਦਾ ਬਹੁਤ ਵਧੀਆ ਉਪਰਾਲਾ, ਚੰਗਾ ਉਪਰਾਲਾ ਜੀ। ਥੈਂਕ ਯੂ ਜੀ। ਜੀ ਡਾਕਟਰ ਪਵਨੀਤ ਜੀ। ਡਾਕਟਰ ਸਾਹਿਬ, ਕਈ ਵਾਰ ਅਸੀਂ ਦੇਖਨੇ ਮੈਂ ਐਡ ਆਨ ਕਰਨਾ ਚਾਹਨੀ ਹੈ ਕਿ ਕੁਝ ਬੱਚੇ ਕੰਟੀਨਿਊਸਲੀ ਸਕਰੀਨ ਨੂੰ ਦੇਖਦੇ ਰਹਿਣਗੇ, ਰਾਤ ਨੂੰ ਜਦੋਂ ਸੌਂਦੇ ਨੇ ਉਹਨਾਂ ਨੂੰ ਡਰ ਲੱਗਦਾ ਹੈ। ਇਹ ਚੀਜ਼ ਵੀ ਇਸ ਤਰ੍ਹਾਂ ਰਿਲੇਟ ਕੀਤੀ ਜਾ ਸਕਦੀ ਹੈ? ਜੇ ਕੋਈ ਡਰ ਵਾਲੀਆਂ ਚੀਜ਼ਾਂ ਦੇਖਣਗੇ ਤੇ ਡਰ ਲੱਗ ਸਕਦਾ ਹੈ। ਔਰ ਇਹ ਡਿਪੈਂਡ ਕਰਦਾ ਹੈ ਕਿ ਪੇਰੈਂਟਸ ਮੋਨੀਟਰ ਕਰਨ ਕਿ ਕੀ ਕੰਟੈਂਟ ਕੀ ਹੈ। ਕਈ ਵਾਰੀ ਅੱਜ ਕੱਲ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਕਿ ਬੱਚੇ ਕੀ ਦੇਖ ਰਹੇ ਨੇ, ਤੇ ਸਾਨੂੰ ਸੁਪਰਵਾਈਜ਼ ਕਰਨ ਦੀ ਲੋੜ ਹੈ ਕਿ ਬੱਚਿਆਂ ਦਾ ਜਿਹੜਾ ਕੰਟੈਂਟ ਹੋਏ ਉਹ ਐਜੂਕੇਸ਼ਨਲ ਜਾਂ ਜੇ ਰਿਕ੍ਰੀਏਸ਼ਨਲ ਵੀ ਹੈ। ਸੋ ਅਸੀਂ ਨਾਲ ਕਹਿੰਦੇ ਕਿ ਪੇਰੈਂਟਸ ਨਾਲ ਦੇਖਣ, ਜੇ ਕੋਈ ਦੇਖਣਾ ਵੀ ਚਾਹੁੰਦੇ ਆ, ਜੇ ਕੋ ਵਿਊ ਕਰਨ ਤੇ ਤੁਹਾਨੂੰ ਪਤਾ ਵੀ ਲੱਗੇਗਾ ਕਿ ਬੱਚਾ ਕੀ ਦੇਖ ਰਿਹਾ। ਸੋ ਸਾਨੂੰ ਜ਼ਰੂਰੀ ਹੈ ਕਿ ਬੱਚਿਆਂ ਦਾ ਪਤਾ ਹੋਏ ਕਿ ਉਹ ਕੀ ਦੇਖਦੇ ਨੇ, ਐਂਡ ਡੈਫੀਨਿਟਲੀ ਲਿਮਿਟ ਕੰਟਰੋਲ ਕਰਨ ਦੀ ਲੋੜ ਹੈ। ਸੋ ਲਿਮਿਟ ਸੈਟਿੰਗ ਕਰਨੀ ਪੇਰੈਂਟਸ ਦਾ ਰੋਲ ਹੈ। ਠੀਕ ਹੈ, ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਰਾਜੀਵ ਦਿੱਲੀ ਤੋਂ। जी राजीव जी, ਕੀ ਕਹਿਣਾ ਚਾਹੋਗੇ? प्रॉब्लम क्या है कि मेरे को का दौरा पड़ रहा है
ठीक है। उसमें क्या मेरे को पिछले 3 साल से दवाई चल रही है लगातार, तो 2 साल तो ठीक हो गया था, फिर अभी लास्ट दिसंबर में फिर एक बार दोबारा दौरा पड़ा, तो दवाई मेरी कंटिन्यू ही चल रही है। तो मोबाइल मतलब मेरा काम ज्यादा कंप्यूटर का है, तो स्क्रीन के ऊपर 8 से 10 घंटे मेरा काम होता है, डिजाइनिंग वगैरह का काम है, क्या मेरा उसकी वजह से है। तो ये जो टेस्ट किया था मैंने एम्स में, तो उन्होंने बताया कि कुछ चोट है, जो बचपन की चोट है शायद, उसकी वजह से, जिसको ग्लोसिस समथिंग कुछ कहते हैं। तो वो क्या वो ठीक हो सकती है या वो परमानेंट मेरे को सारी उम्र दवाई ही खानी पड़ेगी, ये चीज है? और इसके लिए क्या प्रिकॉशंस मैं करूं कि भी मेरे को चीज ना हो? ओके डॉक्टर साहब, देखो, मैं वैसे बच्चों की डॉक्टर हूँ, पर जो ये प्रॉब्लम बता रहे हैं, ये बता रहे हैं कि इनको एपिलेप्सी है, और एपिलेप्सिस का रीजन ये बता रहे हैं कि ग्लायोसिस है, कोई बचपन में कोई ब्रेन में चोट आई हुई है, जिसके कारण इनको दौरे पड़ते हैं। बीच में कंट्रोल हो गए थे और दोबारा जब बंद किया तो दोबारा शुरू हो गए। अब ये देखना है कि क्योंकि वो परमानेंट प्रॉब्लम है, उसके कारण इनको दोबारा हुआ था। किसी किसी को विजुअल जैसे होते हैं, उसका ट्रिगर से हो सकती है। सो जितना इनको ये आइडेंटिफाई करना है कि ट्रिगर इनका क्या है, और मेडिकेशन स्टार्ट करनी है, और वो सुपरविजन के कारण ही डॉक्टर जो हैं उनके मॉनिटरिंग करते हुए ही बंद करें, अदरवाइज नहीं करें। ठीक है डॉक्टर पवनीत जी, लास्ट ਮੈਸੇਜ ਤੁਸੀਂ ਸਾਡੇ ਵਿਊਅਰਸ ਨੂੰ ਕੀ ਦੇਣਾ ਚਾਹੋਗੇ ਆਟਿਜ਼ਮ ਨੂੰ ਲੈ ਕੇ? तो बेसिकली ऑटिज्म ਦਾ ਕੀ ਹੈ ਕਿ ਇਹ ਅਸੀਂ ਜਿਵੇਂ ਕੱਲ ਵੀ ਸੈਲੀਬ੍ਰੇਟ ਕੀਤਾ ਹੈ ऑटिज्म ਅਵੇਅਰਨੈਸ ਡੇ। ਲਾਸਟ ਮੈਸੇਜ ਅਸੀਂ ਇਹੀ ਕਰ ਦੇਣਾ ਚਾਹਾਂਗੇ ਕਿ ਇਹ ਸਿਰਫ ਇੱਕ ਬਿਮਾਰੀ ਨਹੀਂ ਹੈ, ਇਸ ਨੂੰ ਐਕਸੈਪਟੈਂਸ ਕਰਨਾ ਸਮਝਣਾ ਚਾਹੀਦਾ ਹੈ, ਤੇ ਇੱਕ ਸਪੈਕਟਰਮ ਡਿਸਆਰਡਰ ਹੈ ਕਿ ਹਰ ਬੱਚਾ ਯੂਨੀਕ ਹੈ, ਉਹਨਾਂ ਦੀਆਂ ਯੂਨੀਕ ਸਟਰੈਂਥਸ ਹੈ, ਉਹ ਆਈਡੈਂਟੀਫਾਈ ਕਰਨਾ, ਤੇ ਜਿਹੜਾ ਸੋਸ਼ਲ ਸਟਿਗਮਾ ਹੈ ਇਸ ਕਰਕੇ ਉਸ ਨੂੰ ਉਹ ਨਹੀਂ ਹੋਏ, ਉਸ ਦੇ ਵਿੱਚ ਸਮਾਜ ਦੇ ਵਿੱਚ ਅਵੇਅਰਨੈਸ ਤੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਹੈਗੀ ਹੈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਡਾਕਟਰ ਪਵਨੀਤ ਭਾਰਤੀ, ਪੀਜੀਆਈ ਚੰਡੀਗੜ੍ਹ ਸਾਡੇ ਨਾਲ ਜੁੜੇ, ਦੱਸਿਆ ਉਹਨਾਂ ਨੇ ਕਿ ਆਟਿਜ਼ਮ ਕੀ ਹੁੰਦਾ ਹੈ। ਤੇ ਸਾਡੀ ਇਸ ਖਾਸ ਪੇਸ਼ਕਸ਼ ਫਿਲਹਾਲ ਇੰਨਾ ਹੀ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ।